तुमरी गुण क्या कहाँ मेरे सतगुरा। जब गुर बोले हैं तब बिसम होए जाए। हम जैसे अपराधी अवर कोई राखे। जैसे हम सतगुर राख लिए छड़ाए। तू गुर पिता तू है गुर माता। तू गुर बंदप मेरा सखा सखाए। बेशुमार अथाह अगंत अतुल्य। ज्यों बुलावो त्यों नानक दास बोले। परम सम्मान योग जुगो जुग अटल तखत चवर छत्र दे मालिक सतगुरु श्री गुरु ग्रंथ साहिब महाराज पातशाह जी दी पावन पवित्र हजूरी अंदर गुरुद्वारा ਸਿੰਘ ਸਭਾ ਨਗਰ ਪਦਾਸ ਵਿਖੇ ਉਲੀਕੇ ਗਏ ਗੁਰਮਤਿ ਸਮਾਗਮ ਦੇ ਵਿੱਚ ਆਪ ਸੰਗਤ ਜੀ ਸਵੇਰ ਤੋਂ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕਰ ਰਹੇ ਹੋ। ਸ਼੍ਰੀ ਸਹਿਜ ਪਾਠ ਦੀ ਸੰਪੂਰਨਤਾ ਤੋਂ ਬਾਅਦ ਗੁਰੂ ਕਰਕੇ ਕੀਰਤਨੀਆਂ ਵੱਲੋਂ ਆਪ ਸੰਗਤ ਨੂੰ ਗੁਰਬਾਣੀ ਕੀਰਤਨ ਸਰਵਣ ਕਰਾਇਆ ਗਿਆ ਹੈ। ਔਰ ਹੁਣੇ ਹੀ ਭਾਈ ਜਸਵੰਤ ਸਿੰਘ ਜੀ ਪੱਖੋਂ ਕੇ ਗੁਰਦੁਆਰਾ ਸਿੰਘ ਸਭਾ ਗਰਬੀ ਪੁਲੱਥ ਤੋਂ ਆਪ ਜੀ ਦੇ ਨਾਲ ਗੁਰਬਾਣੀ ਕੀਰਤਨ ਤੇ ਗੁਰਮਤ ਵਿਚਾਰਾਂ ਦੀ ਸਾਂਝ ਕਰਕੇ ਗਏ ਹਨ। ਪੰਥ ਦਾ ਮਹਾਨ ਵਿਦਵਾਨ ਢਾਡੀ ਜੱਥਾ ਡਾਕਟਰ ਸ਼ਮਸ਼ੀਰ ਸਿੰਘ ਜੀ ਮਿਸ਼ਰਪੁਰਾ ਵਿਸ਼ੇਸ਼ ਤੌਰ ਤੇ ਉਹ ਵੀ ਪਹੁੰਚ ਚੁੱਕੇ ਹਨ। ਕੁਝ ਸਮੇਂ ਵਾਸਤੇ ਆਪ ਸੰਗਤ ਦੇ ਦਰਸ਼ਨ ਕਰਨ ਦਾ ਹੁਕਮ ਹੋਇਆ ਹੈ। ਸਭ ਤੋਂ ਪਹਿਲਾਂ ਜੋ ਮਰਿਆਦਾ ਹੈ ਕਿ ਸਾਡੀਆਂ ਬਿਰਤੀਆਂ ਜਿਹੜੀਆਂ ਨੇ ਖਿੰਡੀਆਂ ਹੋਈਆਂ ਬਿਰਤੀਆਂ ਜਾਂ ਸਾਡਾ ਧਿਆਨ ਸਾਡੀ ਸੁਰਤ ਦੀ ਇਕਾਗਰਤਾ ਸਾਨੂੰ ਵਾਪਸ ਮਿਲ ਸਕੇ ਉਸ ਦੇ ਵਾਸਤੇ ਗੁਰੂ ਚਰਨਾਂ ਦੇ ਵਿੱਚ ਸੀਸ ਝੁਕਾ ਕੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੀ ਬਖਸ਼ਿਸ਼ ਫਤਿਹ ਦੇ ਨਾਲ ਆਓ ਸਾਂਝ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਹੇ। ਅਦਬ ਪਿਆਰ ਸਤਿਕਾਰ ਸਹਿਤ ਫਤਿਹ ਪ੍ਰਵਾਨੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਾਰੇ ਹੀ ਇਹ ਗੱਲ ਜਾਣਦੇ ਹੋ ਕਿ ਇਸ ਸਮੁੱਚੇ ਸਮਾਗਮ ਦਾ ਮੰਤਵ ਜਿਹੜਾ ਹੈ ਉਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਦੀ ਬਖਸ਼ਿਸ਼ ਖੰਡੇ ਦੀ ਪਹੁਲ ਜਾਂ ਇਸ ਤਰ੍ਹਾਂ ਕਹੋ ਕਿ ਸਤਿਗੁਰੂ ਮਹਾਰਾਜ ਜੀ ਦੇ ਧੀਆਂ ਤੇ ਪੁੱਤਰ ਬਣਾਉਣ ਵਾਸਤੇ ਅੱਜ ਦਾ ਇਹ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਜਿਸ ਵੇਲੇ ਅੰਤਮ ਸਮਾਂ ਹੈ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਗੁਰਤਾ ਗੱਦੀ ਦਿੱਤੀ ਜਾ ਰਹੀ ਹੈ, ਉਸ ਵੇਲੇ ਬਾਬਾ ਸੁੰਦਰ ਜੀ ਦੇ ਬਚਨ ਜਦੋਂ ਅਸੀਂ ਗੁਰਬਾਣੀ ਦੇ ਅੰਦਰ ਪੜ੍ਹਦੇ ਹਾਂ ਤੇ ਬਾਬਾ ਸੁੰਦਰ ਜੀ ਇਹ ਖਿਆਲ ਸਤਿਗੁਰੂ ਮਹਾਰਾਜ ਜੀ ਦਾ ਪ੍ਰਗਟ ਕਰਕੇ ਆਖਦੇ ਨੇ, ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ।
कि सतगुरु महाराज जी दे उस समय जिहड़ा इकट्ठ है वो कल्लियां सिखां दा नहीं ते ना ही कल्ली संगत दा है। ਅਸੀਂ ਕਵਾਂਗੇ नहीं जी ਅਸੀਂ ਤਾਂ ਸਾਰਿਆਂ ਨੂੰ ਹੀ ਸੰਗਤ ਆਖਦੇ ਆਂ, ਪਰ ਸਤਿਗੁਰੂ ਮਹਾਰਾਜ ਕਹਿੰਦੇ ਨੇ ਜਦੋਂ ਅਸੀਂ ਚੱਲ ਕੇ ਆਉਨੇ ਆ ਤੇ ਸਾਡੇ ਅੰਦਰ ਇਹ ਜਗਿਆਸਾ ਬਣਦੀ ਆ ਕਿ ਅਸੀਂ ਆਪਣੇ ਅੰਦਰੋਂ ਜਿਹਨੂੰ ਵਿਕਾਰ ਆਖੀਦਾ ਹੈ ਉਹਨਾਂ ਨੂੰ ਅੰਦਰੋਂ ਕੱਢਣ ਦਾ ਯਤਨ ਕਰਨ ਵਾਸਤੇ ਇਹ ਉਪਰਾਲਾ ਉਦਮ ਕਰਦੇ ਆ। ਉਦੋਂ ਅਸੀਂ ਸੰਗਤ ਰੂਪ ਵਿੱਚ ਹੁੰਨੇ ਆ ਤੇ ਜਦੋਂ ਅਸੀਂ ਗੁਰੂ ਦੀ ਮੰਨ ਲੈਨੇ ਆ ਉਦੋਂ ਅਸੀਂ ਸਿੱਖ ਬਣ ਜਾਂਦੇ ਆ। ਸਿੱਖੀ ਸਿੱਖਿਆ ਗੁਰ ਵਿਚਾਰ, ਜਦੋਂ ਅਸੀਂ ਵਿਚਾਰ ਦੇ ਨਾਲ ਸਹਿਮਤ ਹੋ ਜਾਂਦੇ ਆ, ਵਿਚਾਰ ਦੇ ਧਾਰਨੀ ਬਣ ਜਾਂਦੇ ਆ, ਉਸ ਵੇਲੇ ਸਾਡਾ ਦਰਜਾ ਜਿਹੜਾ ਸੰਗਤ ਦੀ ਥਾਂ ਤੇ ਸਿੱਖ ਦਾ ਹੋ ਜਾਂਦਾ ਹੈ। ਔਰ ਸਿੱਖ ਵਾਸਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਜਿਵੇਂ ਮਹਾਰਾਜ ਗੁਰੂ ਰਾਮਦਾਸ ਜੀ ਦੇ ਬਚਨ ਨੇ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠ ਹਰ ਨਾਮ ਤੇ ਆਵੇ। ਉਥੇ ਇਹ ਨਹੀਂ ਕਿਹਾ ਕਿ ਸੰਗਤ ਜਿਹੜੇ ਅਖਵਾਉਂਦੇ ਨੇ, ਕਹਿੰਦੇ ਨੇ ਸਿੱਖ ਅਖਵਾਉਣ ਵਾਲੇ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਤੋਂ ਹੀ ਇਹ ਮਰਿਆਦਾ ਸੀ ਕਿ ਸਤਿਗੁਰ ਮਹਾਰਾਜ ਜਿਹੜੇ ਸਿੱਖੀ ਅਪਣਾਉਣਾ ਚਾਹੁੰਦੇ ਸਨ। ਮਹਾਰਾਜ ਜੀ ਦੇ ਦਰ ਤੇ ਬਹੁਤ ਸਾਰੇ ਆਏ ਜਿਨ੍ਹਾਂ ਨੇ ਸਿੱਖੀ ਗ੍ਰਹਿਣ ਨਹੀਂ ਵੀ ਕੀਤੀ। ਮਹਾਰਾਜ ਨੇ ਕਿਸੇ ਨਾਲ ਨਫ਼ਰਤ ਨਹੀਂ, ਕਿਸੇ ਨਾਲ ਭੇਦ ਭਾਵ ਨਹੀਂ, ਸਭ ਨੂੰ ਬਹੁਤ ਸਤਿਕਾਰ ਦਿੱਤਾ ਗਿਆ। ਪਰ ਜਿਹੜੇ ਸਤਿਗੁਰੂ ਮਹਾਰਾਜ ਜੀ ਦੇ ਹੋਣਾ ਚਾਹੁੰਦੇ ਸੀ, ਜਿਹੜੇ ਗੁਰੂ ਦੇ ਨਾਲ ਅਸਲ 'ਚ ਮਿਲਾਪ ਚਾਹੁੰਦੇ ਸੀ, ਮਹਾਰਾਜ ਜੀ ਨੇ ਉਹਨਾਂ ਨੂੰ ਚਰਨ ਪੌਲ ਦਿੱਤੀ। ਇਹ ਚਰਨ ਪੌਲ ਦਾ ਸਿਲਸਿਲਾ ਜਿਹੜਾ ਸੀ ਜਾਂ ਸਿੱਖੀ ਦੇ ਵਿੱਚ ਸ਼ਾਮਲ ਕਰਨ ਦਾ ਸਿਲਸਿਲਾ ਜਿਹੜਾ ਸੀ, ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਵੀ ਚੱਲਦਾ ਰਿਹਾ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ, ਸਤਿਗੁਰੂ ਮਹਾਰਾਜ 1675 ਦੇ ਵਿੱਚ ਗੁਰਤਾ ਗੱਦੀ ਤੇ ਬੈਠੇ ਤੇ 1699 ਤੱਕ 24 ਸਾਲ ਸਤਿਗੁਰੂ ਮਹਾਰਾਜ ਜੀ ਵੀ ਚਰਨ ਪਹੁਲ ਦੇ ਰਾਹੀਂ ਹੀ ਸਿੱਖੀ ਦਿੰਦੇ ਸਨ। 24 ਸਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ, ਜਾਂ ਇਸ ਤਰ੍ਹਾਂ ਕਹੋ ਕਿ ਧੰਨ ਗੁਰੂ ਗੋਬਿੰਦ ਰਾਏ ਜੀ ਚਰਨ ਪਹੁਲ ਦੇ ਰਾਹੀਂ ਸਿੱਖੀ ਦਿੰਦੇ ਆ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਸਨ 1698 ਦੀ ਵਿਸਾਖੀ, 99 ਦੀ ਨਹੀਂ, 98 ਦੀ 1 ਸਾਲ ਪਹਿਲਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਹੁਕਮ ਕਰ ਦਿੱਤਾ ਕਿ ਅਗਲੀ ਵਿਸਾਖੀ ਤੇ ਜਦੋਂ ਆਓ ਉਦੋਂ ਤੁਸੀਂ ਸ਼ਸਤਰ ਧਾਰੀ ਹੋਵੋ। ਸਤਿਗੁਰੂ ਮਹਾਰਾਜ ਜੀ ਦਾ ਇਹ ਹੁਕਮ ਸੀ, ਜਦੋਂ ਵਿਸਾਖੀ ਅਗਲੀ ਤੇ ਆਓ, 99 ਵਾਲੀ ਵਿਸਾਖੀ, ਇਹ ਨਾ ਹੋਵੇ ਕਿ ਕਿਸੇ ਦੇ ਸਿਰ ਦੇ ਉੱਤੇ ਕੇਸ ਨਾ ਹੋਣ, ਸਾਰੇ ਕੇਸਾਂ ਧਾਰੀ ਹੋ ਕੇ ਆਇਓ। 1699 ਦੀ ਵਿਸਾਖੀ ਤੋਂ ਪਹਿਲਾਂ ਸਤਿਗੁਰੂ ਮਹਾਰਾਜ ਭਾਈ ਦਇਆ ਰਾਮ ਉਹਨਾਂ ਨੂੰ ਹੁਕਮ ਕੀਤਾ, ਕਹਿਣ ਲੱਗੇ ਇੱਕ ਗਾਗਰ ਦੇ ਵਿੱਚ ਸਤਲੁਜ ਦਾ ਜਲ ਭਰ ਕੇ ਲੈ ਕੇ ਆਓ। ਭਾਈ ਦਇਆ ਰਾਮ ਜੀ ਜਲ ਭਰ ਕੇ ਲੈ ਕੇ ਆਏ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹ ਮਹਿਮਾ ਪ੍ਰਕਾਸ਼ ਤੇ ਬਚਨ ਆ। ਮਹਾਰਾਜ ਜੀ ਨੇ ਆਪਣੇ ਪੈਰ ਨੂੰ ਛੁਆਇਆ, ਮਹਾਰਾਜ ਜੀ ਦਾ ਅੰਗੂਠਾ ਛੁਆਉਣਾ ਕੀਤਾ। ਸਤਿਗੁਰੂ ਮਹਾਰਾਜ ਕਹਿੰਦੇ, ਦਇਆ ਰਾਮ ਜੀ ਇਸ ਘੜੇ ਦੇ ਉੱਪਰ ਇੱਕ ਢੱਕਣ ਲਾ ਕੇ ਤੇ ਇਹਨੂੰ ਚੰਗੀ ਤਰ੍ਹਾਂ ਬੰਦ ਕਰ ਦਿਓ, ਔਰ ਇਹਨੂੰ ਬੰਦ ਕਰਕੇ ਤੇ ਸਤਲੁਜ ਦੀ ਗਹਿਰੀ ਥਾਂ ਤੇ ਇਹਨੂੰ ਜਿਹੜਾ ਸੀ ਉਹਨੂੰ ਪ੍ਰਵਾਹ ਕਰ ਦਿਓ, ਤਾਂ ਕਿ ਇਹ ਬਾਅਦ ਵਿੱਚ ਕੱਢਿਆ ਨਾ ਜਾ ਸਕੇ। ਮਹਾਰਾਜ ਇਹ ਕੀ, ਇਹ ਤਾਂ ਮਰਿਆਦਾ ਸੀ ਸਿੱਖੀ ਦੇਣ ਦੀ। ਸਤਿਗੁਰੂ ਮਹਾਰਾਜ ਕਹਿੰਦੇ ਹੁਣ ਇਹ ਮਰਿਆਦਾ ਬੰਦ ਕਰਕੇ ਅਸੀਂ ਪਹੁਲ ਦੀ ਮਰਿਆਦਾ ਸ਼ੁਰੂ ਕਰਾਂਗੇ। ਮਹਾਰਾਜ ਸਤਿਗੁਰੂ ਮਹਾਰਾਜ ਜੀ ਨੇ ਦੇਖੋ ਬੜੀ ਕਿਰਪਾ ਕੀਤੀ। ਭਾਈ ਗੁਰਦਾਸ ਸਾਹਿਬ ਜੀ ਇੱਕ ਉਦਾਹਰਨ ਦਿੰਦੇ ਨੇ, ਉਹ ਕਹਿੰਦੇ ਨੇ ਕਿ ਘਰ ਦੇ ਵਿੱਚ ਬੱਚੀ ਜਨਮ ਲੈਂਦੀ ਹੈ ਨਾ, ਤੇ ਮਾਂ ਪਿਓ ਖਾਸ ਕਰਕੇ ਮਾਂ ਦਾ ਇਹ ਯਤਨ ਹੁੰਦਾ ਹੈ ਕਿ ਕੁਝ ਨਾ ਕੁਝ ਗੁਣ ਜਿਹੜੇ ਨੇ ਮੈਂ ਉਹ ਧੀ ਨੂੰ ਸਿਖਾ ਦੇਵਾਂ, ਕੁਝ ਕੱਢਣਾ, ਕੁਝ ਬਣਾਉਣਾ, ਕੁਝ ਸੀਣਾ, ਤਾਂ ਕਿ ਇਹ ਗੁਣ ਜਿਹੜੇ ਨੇ ਇਹਦੇ ਘਰੇ ਜਦੋਂ ਸਹੁਰੇ ਘਰ ਜਾਵੇਗੀ ਤੇ ਉੱਥੇ ਇਹਦੀ ਵਡਿਆਈ ਹੋ ਸਕੇ। ਤੇ ਕਈ ਵਾਰੀ ਧੀ ਉਹ ਕਹੇ ਕਿ ਨਹੀਂ ਜੀ ਮੈਂ ਨਹੀਂ ਸਿੱਖਦੀ, ਤੇ ਮਾਂ ਕਹੇਗੀ ਕੋਈ ਗੱਲ ਨਹੀਂ, ਤੂੰ ਨਹੀਂ ਵੀ ਸਿੱਖਣਾ ਚਾਹੇਂਗੀ ਤੇ ਅਸੀਂ ਤੇਰੀ ਇਸ ਗੱਲ ਦਾ ਕਦੀ ਗੁੱਸਾ ਨਹੀਂ ਕਰਾਂਗੇ, ਨਾ ਹੀ ਅਸੀਂ ਤੈਨੂੰ ਝਿੜਕ ਸਕਦੇ, ਕਿਉਂਕਿ ਤੂੰ ਸਾਡੇ ਢਿੱਡੋਂ ਜੰਮੀ ਧੀ ਆ, ਸਾਡੇ ਹਿਰਦੇ ਦਾ ਟੁਕੜਾ ਹੈ।
तेरे हासियां दी, तेरियां अनजान पुने दी असीं तां कदर करांगे, पर जदों तू सहुरे बनेगी उस वेले तेरे गुणां दी कदर होनी, ना तेरे रूप दी कदर होनी ते ना तेरे रंग दी कदर होनी आ। दूसरी उदाहरण भाई गुरदास साहब जी आखते आ, कहन लगे कि दो पुत्र मां प्यो ने धन दे के तोरिया कि जाओ इस धन नूं खर्चिओ जाके, पर कला खर्च के ना आयो, इस धन दे नाल कोई होर कमाई भी करके लैके आयो। ते ओ दोनों गए, एक ने तां ओ धन नूं खर्चिया ते उस धन दे बदले बहुत सारा होर जिहड़ा सी ओ लाभ प्राप्त कीता। दूसरा धन नूं खर्च के आया पर लाभ कोई नहीं लैके आया। ਜਦੋਂ ਵਾਪਸ ਆਇਆ, ਜਿਹੜਾ ਧਨ ਕਮਾ ਕੇ ਆਇਆ ਸੀ, ਜਿਹੜਾ ਕੁਝ ਲਾਭ ਲੈ ਕੇ ਆਇਆ ਸੀ, ਉਹਨੂੰ ਮਾਤਾ ਪਿਤਾ ਦੀ ਖੁਸ਼ੀ ਮਹਿਸੂਸ ਹੋਈ, ਤੇ ਜਿਹੜਾ ਧਨ ਨੂੰ ਗਵਾ ਕਰਕੇ ਆਇਆ ਉਹਨੂੰ ਮਾਪਿਆਂ ਦੇ ਕੋਲੋਂ ਝਿੜਕਾਂ ਵੀ ਸਹਿਣੀਆਂ ਪਈਆਂ। ਤੀਸਰੀ ਉਦਾਹਰਨ ਭਾਈ ਗੁਰਦਾਸ ਸਾਹਿਬ ਜੀ ਆਖਦੇ ਨੇ, ਕਹਿਣ ਲੱਗੇ ਜਦੋਂ ਰਣ ਤੱਤਾ ਭਖ ਜਾਂਦਾ ਏ, ਜਦੋਂ ਜੰਗ ਦਾ ਮੈਦਾਨ ਲੱਗਦਾ ਏ ਨਾ, उस वेले जंग के मैदान दे विच जिहड़े योधे हुंदे ने, सूरमे हुंदे ने, वो अपनी खड़ग लै करके मैदान दे विच गए और उत्थे जा करके उन्हां जंग दे विच जूझना शुरू कर दिता। ते जंग दे विचों वापस आए योधा जिहड़ा है, जिहड़ा जित के आउंदा है, उनदी शोभा जगत दे विच हुंदी आ। ਤੇ ਜਿਹੜਾ ਯੋਧਾ ਜੰਗ ਦੇ ਮੈਦਾਨ ਦੇ ਵਿੱਚੋਂ ਜਿੱਤਣ ਦੀ ਥਾਂ ਤੇ ਮੈਦਾਨ ਛੱਡ ਕੇ ਵਾਪਸ ਆ ਜਾਂਦਾ ਏ, ਉਹ ਸਾਰੀ ਉਮਰ ਵਾਸਤੇ ਆਪਣੇ ਮੱਥੇ ਤੇ ਕਲੰਕ ਲਾ ਲੈਂਦਾ ਏ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਬਿਲਕੁਲ ਇਸੇ ਤਰ੍ਹਾਂ ਕਿ ਜੇਕਰ ਅਸੀਂ ਅੱਜ ਇਸ ਪੇਕੇ ਘਰ ਦੇ ਵਿੱਚ ਬੈਠੇ ਆ ਤੇ ਮਨ ਮਰਜ਼ੀ ਦੇ ਨਾਲ ਅਸੀਂ ਜੋ ਮਰਜ਼ੀ ਕਰੀ ਜਾਈਏ, ਪਰ ਇੱਕ ਦਿਨ ਸਾਨੂੰ ਮਹਾਰਾਜ ਜਿਵੇਂ ਬਚਨ ਆਖਦੇ ਨੇ, ਸਭਨਾ ਸਹੁਰੇ ਵੰਜਨਾ ਸਭ ਮੁਕਲਾਵਨ ਹਾਰ। ਅਸੀਂ ਜਿੰਨੇ ਭਾਵੇਂ ਇਹ ਸਰੀਰ ਕਰਕੇ ਅਸੀਂ ਮਰਦ ਇਸਤਰੀ ਆਖੀਏ ਜਾਂ ਇਹ ਕਹੀਏ ਕਿ ਕੋਈ ਸਹੁਰੇ ਘਰੇ ਨਹੀਂ, ਕੋਈ ਪੇਕੇ ਘਰੇ ਨਹੀਂ, ਮਹਾਰਾਜ ਕਹਿੰਦੇ ਇਹ ਸਾਰਾ ਸਾਡਿਆਂ ਦਾ ਪੇਕਾ ਘਰ ਆ ਜਿੰਨੇ ਅਸੀਂ ਬੈਠੇ ਹੋਏ ਆ। ਤੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਇਹ ਸਾਰਿਆਂ ਨੇ ਹੀ ਸਹੁਰੇ ਘਰੇ ਜਾਣਾ, ਭਾਵ ਇਹ ਆ ਕਿ ਸਰੀਰਕ ਮੌਤ ਸਾਰਿਆਂ ਨੂੰ ਆਉਣੀ ਹੈ। ਸੱਚੇ ਪਾਤਸ਼ਾਹ ਮਹਾਰਾਜ ਦੇਖੋ ਬਾਣੀ ਦੇ ਵਿੱਚ ਮਹਾਰਾਜ ਜੀ ਨੇ ਇਹ ਬਚਨ ਸਾਨੂੰ ਆਖੇ ਹੋਏ ਨੇ ਕਿ ਜੇਕਰ ਇਸ ਸਮਾਜ ਦੇ ਵਿੱਚ, ਇਸ ਧਰਤੀ ਦੇ ਉੱਤੇ ਕੋਈ ਵੀ ਜੀਵ ਜਿਹੜਾ ਸੰਸਾਰ ਦੇ ਵਿੱਚ ਆਉਂਦਾ, ਇੱਥੇ ਉਹਦੀ ਜ਼ਿੰਦਗੀ ਦਾ ਕੋਈ ਨਾ ਕੋਈ ਮਕਸਦ ਜ਼ਰੂਰ ਹੈ ਜੀਵਨ ਦਾ, ਔਰ ਉਹ ਉਸ ਮਕਸਦ ਤੱਕ ਜਿਹੜਾ ਹੈ ਉਹ ਯਾਤਰਾ ਕਰਦਾ ਪਿਆ ਹੈ। ਜਿਵੇਂ ਸਮੁੰਦਰ ਦੇ ਵਿੱਚੋਂ ਪਾਣੀ ਜਿਹੜਾ ਹੈ ਉਹ ਭਾਫ ਬਣਦਾ ਏ, ਤੁਸੀਂ ਸਾਰੇ ਜਾਣਦੇ ਹੋ, ਇਹ ਸਰਕਲ ਜਦੋਂ ਚੱਲਦਾ ਏ ਵਾਸ਼ਪੀਕਰਨ ਬਣਦਾ ਏ, ਉਹ ਹਵਾ ਬਣ ਕੇ ਉਹ ਬੱਦਲਾਂ ਦਾ ਰੂਪ ਧਾਰਨ ਕਰਦਾ ਏ, ਫਿਰ ਉਹ ਇਲਾਕਿਆਂ ਮੈਦਾਨਾਂ ਦੇ ਵਿੱਚ ਵਰਖਾ ਦਾ ਰੂਪ ਦੇ ਨਾਲ ਵਰਸਦਾ ਏ, ਫਿਰ ਉਹ ਪਾਣੀ ਨਦੀਆਂ ਨਾਲੀਆਂ ਤੋਂ ਹੁੰਦਾ ਹੋਇਆ ਫਿਰ ਸਮੁੰਦਰ ਦੇ ਵਿੱਚ ਜਾ ਕੇ ਸਮਾਉਂਦਾ ਹੈ। ਇਹ ਯਾਤਰਾ ਚੱਲੀ ਨਾ। ਸਤਿਗੁਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਹਰ ਇੱਕ ਦੀ ਇੱਥੇ ਯਾਤਰਾ ਏ, ਪਰ ਮੰਜ਼ਿਲੇ ਮਕਸੂਦ ਤੱਕ ਕੋਈ ਕੋਈ ਪਹੁੰਚਦਾ ਪਿਆ ਹੈ। ਅਸਲ ਦੇ ਵਿੱਚ ਅਸੀਂ ਜ਼ਿੰਦਗੀ ਦਾ ਮਨੋਰਥ ਗਵਾ ਚੁੱਕੇ ਹਾਂ ਕਿ ਅਸੀਂ ਆਏ ਕਿਉਂ ਹਾਂ। ਸਤਿਗੁਰ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਚਿਰੰਕਾਲ ਇਹ ਦੇਹ ਸੰਜਰੀਆ। ਮਹਾਰਾਜ ਕਹਿੰਦੇ ਇਹ ਮਨੁੱਖਾ ਸਰੀਰ ਬੜੀ ਵਾਰੀ ਸਾਨੂੰ ਮਿਲਦਾ ਰਿਹਾ, ਪਰ ਸਤਿਗੁਰ ਮਹਾਰਾਜ ਕਹਿੰਦੇ ਇਹ ਮਿਲਦਾ ਇਸ ਕਰਕੇ ਹੈ ਕਿ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਇਹ ਸਰੀਰ ਚਿਰਾਂ ਤੋਂ ਸਾਜੇ ਜਾਂਦੇ ਪਏ ਨੇ, ਪਰ ਮਨੁੱਖਾ ਸਰੀਰ ਇਸ ਕਰਕੇ ਮਿਲਦਾ ਪਿਆ, ਨਾ ਕਿ ਮਹਾਰਾਜ ਕਹਿੰਦੇ ਇਹ ਖਾਣ ਵਾਸਤੇ, ਪੀਣ ਵਾਸਤੇ, ਹੱਸਣ ਵਾਸਤੇ, ਸੌਣ ਵਾਸਤੇ। ਮਹਾਰਾਜ ਕਹਿੰਦੇ ਇਹ ਸਾਰਾ ਕੁਝ ਅਸੀਂ ਕਰਦੇ ਪਏ ਆ, ਖਾਣਾ ਪੀਣਾ, ਹੱਸਣਾ, ਸੌਣਾ, ਵਿਸਰ ਗਿਆ ਹੈ ਮਰਨਾ। ਤੇ ਦੂਜੀ ਗੱਲ ਮਹਾਰਾਜ ਕਹਿੰਦੇ ਖਸਮ ਵਿਸਾਰ ਖੁਆਰੀ ਕੀਨੀ ਤ੍ਰਿਗ ਜੀਵਨ ਨਹੀਂ ਰਹਿਣਾ। ਇੱਕ ਪਾਸੇ ਮਹਾਰਾਜ ਕਹਿੰਦੇ ਮਨੁੱਖਾ ਸਰੀਰ ਬਹੁਤ ਅਮੋਲਕ ਹੈ, ਤੇ ਦੂਜੇ ਪਾਸੇ ਮਹਾਰਾਜ ਕਹਿੰਦੇ ਨੇ ਤ੍ਰਿਗ ਹੋ ਜਾਂਦਾ ਹੈ ਜੇਕਰ ਇਹਦੇ ਵਿੱਚ ਰਹਿ ਕੇ ਨਾਮ ਨਹੀਂ ਜਪੇਂਗਾ ਤਾਂ।
ਜੇਕਰ ਸਰੀਰ ਦੇ ਵਿੱਚ ਰਹਿ ਕੇ ਸਰੀਰ ਦੇ ਮਨੋਰਥ ਨੂੰ ਨਹੀਂ ਪਛਾਣੇਗਾ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਇਸ ਕਰਕੇ ਇਹ ਸਾਡੇ ਸਭਨਾਂ ਦਾ ਮਨੋਰਥ ਜਿਹੜਾ ਸੀ ਮਹਾਰਾਜ ਨੇ ਇਸ ਮਨੋਰਥ ਦੇ ਨਾਲ ਜੋੜਨ ਵਾਸਤੇ ਇੱਕ ਸੁਖਾਲਾ ਜਿਹਾ ਢੰਗ ਸਾਨੂੰ ਦਿੱਤਾ। ਸੱਚੇ ਪਾਤਸ਼ਾਹ ਮਹਾਰਾਜ ਨੇ ਢੰਗ ਕੀ ਦਿੱਤਾ? ਮਹਾਰਾਜ ਕਹਿੰਦੇ ਨੇ ਆਓ ਮੈਂ ਤੁਹਾਨੂੰ ਦੱਸਾਂ ਕਿ ਗੁਰੂ ਦੇ ਕੋਲ ਆਇਆ ਹੀ ਮੁਕਤੀ ਪ੍ਰਾਪਤ ਹੋ ਸਕਦੀ ਏ, ਬਿਨਾਂ ਗੁਰੂ ਤੋਂ ਮੁਕਤੀ ਪ੍ਰਾਪਤ ਨਹੀਂ ਹੋ ਸਕਦੀ। ਸਤਿਗੁਰ ਮਹਾਰਾਜ ਜੀ ਦੇ ਬਚਨ ਅਸੀਂ ਪੜ੍ਹਦੇ ਹਾਂ, ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਮਹਾਰਾਜ ਕਹਿੰਦੇ ਨੇ ਸਤਿਗੁਰੂ ਤੋਂ ਬਿਨਾ ਮੁਕਤੀ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਜੇਕਰ ਕੋਈ ਵਾਲਸ਼ਾਲ ਕਰਕੇ ਕਵੇ ਨਾ ਕਿ ਮੈਂ ਸਿਆਣਪ ਦੇ ਨਾਲ ਬਚ ਸਕਦਾ, ਮੇਰੇ ਕੋਲ ਬਹੁਤ ਸਾਰਾ ਗਿਆਨ ਸਿਆਣਪ, ਸਤਿਗੁਰੂ ਮਹਾਰਾਜ ਕਹਿੰਦੇ ਤੇਰੀਆਂ ਸਿਆਣਪਾਂ ਕਿਸੇ ਕੰਮ ਨਹੀਂ ਆਉਣੀਆਂ। ਜੇਕਰ ਕੰਮ ਆਉਣਾ ਹੈ ਤੇ ਉਹ ਗੁਰੂ ਦਾ ਸ਼ਬਦ ਹੈ ਜਿਹੜਾ ਤੇਰਾ ਪਾਰ ਉਤਾਰਾ ਕਰ ਸਕਦਾ ਹੈ। ਸਤਿਗੁਰੂ ਮਹਾਰਾਜ ਨੇ ਉਹ ਸ਼ਬਦ ਝੋਲੀ ਵਿੱਚ ਪਾਇਆ ਤੇ ਮਹਾਰਾਜ ਨੇ ਇਹ ਵੀ ਕਿਹਾ ਕਿ ਇਹ ਗੁਰੂ ਦੁਆਰਾ ਸੋਝੀ ਹੁੰਦੀ ਹੈ, ਗੁਰੂ ਦੁਆਰੇ ਹੋਏ ਸੋਝੀ ਪਾਏ ਸੀ। ਇਹ ਨਹੀਂ ਕਿ ਚਲੋ ਸਾਨੂੰ ਸਾਰਿਆਂ ਨੂੰ ਪਤਾ ਹੈ। ਪੰਜ ਪਿਆਰੇ ਵੀ ਇਹੀ ਅੱਜ ਆਖਣਗੇ ਜਦੋਂ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਬਾਟਾ ਤਿਆਰ ਹੋਵੇਗਾ ਨਾ, ਤੇ ਉਹ ਆਖਣਗੇ ਕਿ ਵਾਹਿਗੁਰੂ ਨੂੰ ਗੁਰੂ ਮੰਤਰ ਨੂੰ ਤੁਸੀਂ ਜਪਣਾ ਹੈ। ਪਤਾ ਸਾਨੂੰ ਸਾਰਿਆਂ ਨੂੰ ਹੈ, ਪਰ ਜਿੰਨੀ ਦੇਰ ਤੱਕ ਅਸੀਂ ਗੁਰੂ ਵਾਲੇ ਨਹੀਂ ਬਣ ਜਾਂਦੇ ਉਨੀ ਦੇਰ ਤੱਕ ਸਾਡੇ ਜਪੇ ਦਾ ਲਾਭ ਕੋਈ ਨਹੀਂ ਹੋਣਾ। ਸਤਿਗੁਰ ਮਹਾਰਾਜ ਬਖਸ਼ਿਸ਼ ਕਰਨ ਕਿ ਅਸੀਂ ਇਹਨਾਂ ਗੁਨਾਹਾਂ ਦੇ ਧਾਰਨੀ ਹੋ ਸਕੀਏ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਚਨ ਸਨ, ਧਰੇ ਕੇਸ ਪਾਹਲ ਬਿਨ ਪੇਖੀ ਮੂੜਾ ਸਿੱਖ। ਮਹਾਰਾਜ ਕਹਿੰਦੇ ਨੇ ਪਾਹਲ ਨਹੀਂ ਲਈ, ਕੇਸ ਰੱਖੇ ਹੋਏ ਨੇ। ਮਹਾਰਾਜ ਕਹਿੰਦੇ ਇਹ ਸਭ ਭੇਖ ਹੈ, ਵਿਖਾਵਾ ਕਰਦਾ ਪਿਆ ਏ। ਸਤਿਗੁਰ ਮਹਾਰਾਜ ਕਹਿੰਦੇ ਨੇ ਕਿ ਐਸੇ ਸਿੱਖ ਨੂੰ ਤੇ ਮੇਰੇ ਦਰਸ਼ਨ ਵੀ ਨਹੀਂ ਹੋ ਸਕਦੇ। ਮਹਾਰਾਜ ਕਹਿੰਦੇ ਦਰਸ਼ਨ ਕਿਹਨੂੰ? ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚੇਰਾ। ਸੋ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਰਹਿਮਤ ਬਖਸ਼ਿਸ਼ ਕਰਨ ਕੇ ਹੁਣ ਥੋੜੇ ਸਮੇਂ ਬਾਅਦ ਸਤਿਗੁਰ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਪੰਜ ਪਿਆਰੇ ਸਹਿਬਾਨ ਉਹਨਾਂ ਨੇ ਅੰਮ੍ਰਿਤ ਦਾ ਬਾਟਾ ਤਿਆਰ ਕਰਨਾ ਹੈ। ਸੋ ਇਹ ਇੱਕ ਬੇਨਤੀ ਮੈਂ ਜ਼ਰੂਰ ਕਰਾਂਗਾ। ਇੱਕ ਹੈਡ ਗ੍ਰੰਥੀ ਹੋਏ ਨੇ ਗਿਆਨੀ ਪ੍ਰੇਮ ਸਿੰਘ ਜੀ ਖੜਗ, ਕੇਸਗੜ੍ਹ ਸਾਹਿਬ ਦੇ ਉਹ ਹੈਡ ਗ੍ਰੰਥੀ ਹੁੰਦੇ ਸੀ। ਇਹ ਪੁਰਾਣੇ ਸਮੇਂ ਦੀ ਗੱਲ, ਤੇ ਉਹਨਾਂ ਨੇ ਨਾ ਅੰਮ੍ਰਿਤ ਸੰਚਾਰ ਵਾਸਤੇ, ਧਿਆਨ ਦੇ ਨਾਲ ਸੁਣਿਓ, ਗਿਆਨੀ ਪ੍ਰੇਮ ਸਿੰਘ ਜੀ ਖੜਗ ਅੰਮ੍ਰਿਤ ਸੰਚਾਰ ਵਾਸਤੇ ਨਾ ਤਰਨ ਤਾਰਨ ਦੇ ਕੋਲ ਗਏ। ਤੇ ਜਦੋਂ ਅੰਮ੍ਰਿਤ ਸੰਚਾਰ ਦੀ ਮਰਿਆਦਾ ਹੁੰਦੀ ਹੈ ਕਿ ਜਦੋਂ ਸਾਰੇ ਪ੍ਰਾਣੀ ਅੰਦਰ ਆ ਜਾਣ, ਤਿਆਰ ਹੋਣ ਲੱਗਦਾ ਤੇ ਦਰਵਾਜ਼ੇ ਕਿਵਾੜ ਬੰਦ ਕਰ ਦਿੱਤੇ ਜਾਂਦੇ ਨੇ ਤਾਂ ਕਿ ਜਿੰਨੇ ਹਾਜ਼ਰ ਨੇ ਬਸ ਉਹਨਾਂ ਤੱਕ ਹੀ ਬਾਣੀ ਉਹ ਸਰਵਣ ਕਰ ਸਕਣ ਤੇ ਉਸ ਮਰਿਆਦਾ ਨੂੰ ਉਹ ਚੰਗੀ ਤਰ੍ਹਾਂ ਉਹ ਧਿਆਨ ਦੇ ਨਾਲ ਹਿਰਦੇ ਵਿੱਚ ਵਸਾ ਸਕਣ। ਗਿਆਨੀ ਪ੍ਰੇਮ ਸਿੰਘ ਖੜਗ ਉਹਨਾਂ ਨੇ ਹੁਕਮ ਕਰ ਦਿੱਤਾ। ਉਹਨਾਂ ਨੇ ਕਿਹਾ ਕਿ ਦਰਵਾਜ਼ੇ ਪਈ ਬੰਦ ਕਰ ਦਿਓ। ਅਤੇ ਦਰਵਾਜ਼ੇ ਬੰਦ ਕੀਤੇ ਸੀ ਕਿ ਕਿਸੇ ਨੇ ਆ ਕੇ ਦਰਵਾਜ਼ਾ ਖੜਕਾਇਆ। ਗਿਆਨੀ ਪ੍ਰੇਮ ਸਿੰਘ ਜੀ ਉਹਨਾਂ ਨੇ ਹੁਕਮ ਕੀਤਾ, ਕਹਿਣ ਲੱਗੇ ਜੀ ਦਰਵਾਜ਼ਾ ਖੋਲੋ। ਕੌਣ ਆ? ਉਹ ਦਰਵਾਜ਼ਾ ਖੋਲਿਆ ਤੇ ਇੱਕ ਬਜ਼ੁਰਗ ਮਾਤਾ, ਉਹਦਾ 5 ਸਾਲ ਦਾ ਪੁੱਤਰ ਨਾਲ, ਉਹਨੇ ਕਿਹਾ ਕਿ ਜੀ ਮੈਂ ਇਹ ਬੱਚੇ ਨੂੰ ਅੰਮ੍ਰਿਤ ਛਕਾਉਣਾ ਚਾਹੁੰਦੀ ਆ। ਗਿਆਨੀ ਪ੍ਰੇਮ ਸਿੰਘ ਜੀ ਨੇ ਕਿਹਾ, ਕਹਿੰਦੇ ਅੰਮ੍ਰਿਤ ਤਾਂ ਚਲੋ ਛਕਾਉਣਾ ਚਾਹੁੰਦੇ, ਚੰਗੀ ਗੱਲ, ਪਰ ਇਹ ਬੱਚਾ ਬਹੁਤ ਛੋਟਾ ਹੈ, ਅਜੇ ਇਹਨੂੰ ਵੱਡਾ ਹੋ ਲੈਣ ਦੋ, ਇਹ ਮਰਿਆਦਾ ਦ੍ਰਿੜ ਕਰ ਲੇਗਾ, ਇਹ ਬਾਣੀ ਪੜਨ ਜੋਗਾ ਤੇ ਹੋ ਜਾਏ, ਇਹ ਨਿਤਨੇਮ ਤਾਂ ਕਰਨ ਜੋਗਾ ਹੋਵੇ। ਉਸ ਵੇਲੇ ਉਸ ਮਾਂ ਨੇ ਹੱਥ ਜੋੜ ਕੇ ਆਖਿਆ, ਕਹਿਣ ਲੱਗੇ ਕਿ ਰੱਬ ਨੇ ਸਵਾਸਾਂ ਦੀ ਪੂੰਜੀ ਪਤਾ ਨਹੀਂ ਕਿੰਨੀ ਬਖਸ਼ੀ ਆ, ਨਾ ਮੈਨੂੰ ਆਪਣਾ ਪਤਾ ਹੈ ਤੇ ਨਾ ਇਸ ਬੱਚੇ ਦਾ ਪਤਾ ਕਿ ਇਹਨੇ ਕਿੰਨੀ ਉਮਰ ਹੰਡਾਉਣੀ ਆ। ਦੇਖੋ ਹਰ ਧਰਮ ਦੇ ਵਿੱਚ ਖਾਸ ਕਰਕੇ ਇਸਲਾਮ ਕਹਿੰਦਾ ਹੈ ਕਿ ਹੇ ਖੁਦਾ ਤੂੰ ਸਾਡੇ ਬੱਚੇ ਨੂੰ ਇੰਨੀ ਕੁ ਜ਼ਿੰਦਗੀ ਜ਼ਰੂਰ ਦੇਈਂ ਕਿ ਜਿੱਦਣ ਸੁੰਨਤ ਹੋਣੀ ਆ ਇਸਲਾਮ ਦੇ ਵਿੱਚ ਬੱਚਾ ਸ਼ਾਮਲ ਹੋਣਾ, ਉਹ ਘੱਟ ਤੋਂ ਘੱਟ 19 ਉਮਰ ਜ਼ਰੂਰ ਹੰਡਾ ਲੇ, ਕਿਉਂਕਿ ਮਰਨ ਤੋਂ ਪਹਿਲਾਂ ਉਹ ਸ਼ਰਾ ਦੇ ਵਿੱਚ ਸ਼ਾਮਲ ਹੋ ਕੇ ਖੁਦਾ ਦੇ ਦਰ ਤੇ ਕਬੂਲ ਤਾਂ ਹੋ ਸਕੇ। ਉਹ ਮਾਂ ਨੇ ਕਿਆ ਕਹਿਣ ਲੱਗੀ, ਮੇਰੇ ਪੁੱਤਰ ਮੇਰਾ ਇਹ ਬੱਚਾ ਮੈਂ ਚਾਹੁੰਦੀ ਹਾਂ ਭਾਵੇਂ ਛੋਟਾ ਏ, ਕਹਿੰਦੇ ਇਹ ਬਾਣੀ ਕਿਵੇਂ ਪੜੇਗਾ? ਉਹ ਮਾਂ ਨੇ ਕਿਆ ਕਹਿਣ ਲੱਗੇ, ਅਜੇ ਇਹ ਛੋਟਾ, ਪਰ ਅੰਮ੍ਰਿਤ ਵੇਲੇ ਨਿਤਨੇਮ ਦੀਆਂ ਬਾਣੀਆਂ ਮੈਂ ਇਹਦੇ ਕੰਨਾਂ ਦੇ ਵਿੱਚ ਪਾਵਾਂਗੀ, ਸ਼ਾਮ ਨੂੰ ਸੋਦਰ ਰਹਿਰਾਸ ਮੈਂ ਸੁਣਾਵਾਂਗੀ, ਰਾਤ ਨੂੰ ਸੋਹਿਲਾ ਸਾਹਿਬ ਮੈਂ ਇਹਨੂੰ ਪੜ੍ਹਾ ਕੇ ਸੁਣਾ ਕਰਕੇ ਸੁਆਇਆ ਕਰਾਂਗੀ, ਤੇ ਜਦੋਂ ਇਹ ਪੜਨ ਜੋਗਾ ਹੋ ਜਾਵੇਗਾ ਤੇ ਉਦੋਂ ਇਹ ਆਪਣੇ ਆਪ ਬਾਣੀ ਦੇ ਨਾਲ ਜੁੜ ਜਾਏਗਾ। ਪਰ ਇਹ ਜ਼ਰੂਰ ਬੇਨਤੀ
ਕਰਾਂਗੇ ਕਿ ਕਿਤੇ ਇਹ ਨਾ ਹੋਵੇ ਕਿ ਇੰਦੀ ਜ਼ਿੰਦਗੀ ਅੰਮ੍ਰਿਤ ਛਕਣ ਤੋਂ ਪਹਿਲਾਂ ਖਤਮ ਹੋ ਜਾਏ ਤੇ ਜਦੋਂ ਸੰਸਾਰ ਤੋਂ ਜਾਏ ਤੇ ਇਹ ਨਿਗੁਰਾ ਚਲੇ ਜਾਵੇ। ਇਹ ਘੱਟ ਤੋਂ ਘੱਟ ਇੰਨਾ ਜਜ਼ਬਾ ਜ਼ਰੂਰ ਸਾਡੇ ਅੰਦਰ ਹੋਣਾ ਚਾਹੀਦਾ ਕਿ ਅਸੀਂ ਦੇਖੋ ਸਵਾਸ ਦਾ ਕੋਈ ਪਤਾ ਨਹੀਂ, ਹਮ ਆਦਮੀ ਹਾਂ ਇੱਕਦਮੇ ਮੋਹਲਤ ਮੌਤ ਨਾ ਜਾਣਾ। ਜਿਸ ਗੁਰੂ ਨੇ ਸਾਡੇ ਉੱਤੇ ਇੰਨਾ ਉਪਕਾਰ ਕੀਤਾ, ਅਸੀਂ ਕੀ ਗੁਰੂ ਦਾ ਹੁਕਮ ਮੰਨ ਕੇ ਅਸੀਂ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪੁੱਤਰ ਧੀਆਂ ਨਹੀਂ ਬਣ ਸਕਦੇ? ਇੰਨੇ ਅਕਿਰਤ ਕਨ ਹੋ ਕਰਕੇ ਅਸੀਂ ਪਿੱਠ ਗੁਰੂ ਨੂੰ ਨਾ ਦਈਏ ਕਿ ਜਿੱਦਣ ਲੋੜ ਪਵੇ ਉਦਣ ਗੁਰੂ ਕੋਲ ਆਏ, ਅਰਦਾਸ ਕਰ ਲਈ, ਪਾਠ ਕਰ ਲਿਆ, ਪਾਠ ਕਰਾ ਲਿਆ। ਪਰ ਜਦੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਿਹੜੀ ਗੱਲ ਸਾਨੂੰ ਕਹਿੰਦੇ ਕਿ ਭਈ ਅੰਮ੍ਰਿਤ ਛਕ ਕੇ ਮੇਰੇ ਪੁੱਤਰ ਧੀਆਂ ਬਣੋ, ਅਸੀਂ ਉਸ ਪਾਸੇ ਤੁਰਨ ਦੀ ਥਾਂ ਤੇ ਅਸੀਂ ਆਪਣੇ ਮਨ ਵਾਲੇ ਪਾਸੇ ਤੁਰੀਏ। ਇੱਕ ਮਾਈ ਦਾ ਬੱਚਾ ਪਿੱਛੇ ਖੇਡਦਾ ਪਿਆ, ਪਿੱਛੇ ਨਹਿਰ ਵਗਦੀ ਪਈ, ਉਹਨੂੰ ਕੋਈ ਪਤਾ ਨਹੀਂ ਕਿ ਮੇਰਾ ਬੱਚਾ ਨਹਿਰ 'ਚ ਨਾ ਡਿੱਗ ਜਾਏ। ਉਹ ਬੱਚਾ ਨਾ ਖੇਡਦਾ ਖੇਡਦਾ ਨਹਿਰ ਦੇ ਵਿੱਚ ਡਿੱਗ ਪਿਆ। ਉਹ ਬੱਚੇ ਨੂੰ ਡਿੱਗਦੇ ਇੱਕ ਅੰਗਰੇਜ਼ ਅਫਸਰ ਨੇ ਦੇਖ ਲਿਆ। ਅੰਗਰੇਜ਼ ਅਫਸਰ ਨੇ ਉਦਾਂ ਹੀ ਵਰਦੀ ਸਨੇ ਛਾਲ ਮਾਰੀ ਤੇ ਉਹ ਬੱਚੇ ਨੂੰ ਕੱਢ ਕੇ ਲਿਆਇਆ ਤੇ ਲਿਆ ਕਰਕੇ ਉਸ ਮਾਈ ਨੂੰ ਕਹਿੰਦਾ ਤੇਰਾ ਬੱਚਾ ਡਿੱਗ ਪਿਆ ਸੀ, ਦੇਖ ਮੈਂ ਕੱਢ ਕੇ ਲੈ ਕੇ ਆਇਆ। ਉਹਨੇ ਬੱਚੇ ਦਾ ਹੱਥ ਫੜਿਆ ਤੇ ਉਹ ਘਰ ਨੂੰ ਤੁਰ ਪਈ। ਉਹ ਅੰਗਰੇਜ਼ ਹੈਰਾਨ ਹੋ ਗਿਆ ਕਿ ਮੈਂ ਬੱਚੇ ਨੂੰ ਕੱਢ ਕੇ ਲਿਆਇਆ, ਅਸੀਂ ਤਾਂ ਕਿਸੇ ਦਾ ਰੁਮਾਲ ਚੁੱਕ ਕੇ ਉਸ ਉਹਨਾਂ ਦੇਸ਼ਾਂ ਦੇ ਵਿੱਚ ਫੜਾ ਦਈਏ ਨਾ, ਥੱਲੇ ਡਿੱਗਿਆ ਰੁਮਾਲ ਫੜਾ ਦਈਏ, ਉਹ 10 ਵਾਰੀ ਥੈਂਕ ਯੂ ਕਹਿੰਦਾ ਨਹੀਂ ਥੱਕਦਾ ਕਿ ਤੂੰ ਧੰਨਵਾਦ ਤੇਰਾ, ਤੂੰ ਇੰਨਾ ਕੰਮ ਕੀਤਾ। ਕਹਿੰਦੇ ਮੈਂ ਤੇ ਇਹਦਾ ਬੱਚਾ ਕੱਢ ਕੇ ਲੈ ਕੇ ਆਇਆ ਸੀ। ਉਹ ਬੜਾ ਅਫਸੋਸ ਦੇ ਨਾਲ ਖਲੋਤਾ ਏ। ਇੰਨੇ ਨੂੰ ਦੂਜਾ ਅਫਸਰ ਆਇਆ, ਉਹਨੇ ਪੁੱਛਿਆ ਉਦਾਸ ਕਿਉਂ? ਕਹਿੰਦਾ ਮੈਂ ਇਹਦਾ ਮਾਈ ਦਾ ਬੱਚਾ ਡਿੱਗਿਆ ਨਹਿਰ ਦੇ ਵਿੱਚੋਂ ਕੱਢਿਆ, ਉਹਨੂੰ ਮਰਨੋਂ ਬਚਾ ਦਿੱਤਾ। ਤੇ ਕਹਿੰਦੇ ਉਹਨੇ ਇੱਕ ਵਾਰੀ ਵੀ ਨਹੀਂ ਕਹਿ ਕੇ ਗਈ ਕਿ ਤੇਰਾ ਧੰਨਵਾਦ ਹੋਵੇ, ਤੂੰ ਮੇਰਾ ਬੱਚਾ ਬਚਾਇਆ। ਉਹ ਅੰਗਰੇਜ਼ ਅਫਸਰ ਉਹ ਜਾਣਦਾ ਸੀ ਸਿੱਖੀ ਨੂੰ, ਉਹਨੇ ਪੜ੍ਹਿਆ ਕਿਉਂਕਿ ਮੈਕਾਲਫ ਉਹਨੇ ਸਿੱਖੀ ਨੂੰ ਬਹੁਤ ਡੂੰਘੇ ਤਰੀਕੇ ਦੇ ਨਾਲ ਅੰਗਰੇਜ਼ੀ ਦੇ ਵਿੱਚ ਲਿਟਰੇਚਰ ਸਾਰਾ ਲਿਖਿਆ। ਉਹ ਕਹਿੰਦਾ ਤੂੰ ਕਿੰਨਾ ਹਿੰਦੁਸਤਾਨੀਆਂ ਤੋਂ ਧੰਨਵਾਦ ਦੀ ਆਸ ਰੱਖਦਾ ਏ? ਕਹਿੰਦੇ ਉਹ ਹਿੰਦੁਸਤਾਨ ਦੇ ਲੋਕ ਨੇ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪਹਿਲੋਂ ਪਿਤਾ ਤੋਰਿਆ, ਸਿੱਖ ਨਾਲ ਸ਼ਹੀਦ ਕਰਾਏ, ਆਪਣੇ ਪੁੱਤਰ ਆਪਣੀਆਂ ਅੱਖਾਂ ਦੇ ਸਾਹਮਣੇ ਸ਼ਹੀਦ ਕਰਵਾ ਲਏ। 2 ਪੁੱਤਰ ਨੀਹਾਂ ਦੇ ਵਿੱਚ ਚੁਣ ਕੇ ਸ਼ਹੀਦ ਹੋਏ, ਮਾਂ ਠੰਡੇ ਬੁਰਜ ਵਿੱਚ ਸ਼ਹੀਦ ਹੋ ਗਈ। ਇਹ ਉਸ ਗੁਰੂ ਦਾ ਚੇਤਾ ਭੁਲਾ ਚੁੱਕੇ ਨੇ, ਨਾ ਉਹਦਾ ਕਦੀ ਧੰਨਵਾਦ ਨਹੀਂ ਕੀਤਾ। ਤੂੰ ਇਹਦਾ ਬੱਚਾ ਬਚਾ ਦਿੱਤਾ, ਇਹਨਾਂ ਤੇਰਾ ਕਿੱਥੋਂ ਧੰਨਵਾਦ ਕਰਨਾ ਸੀ? ਸੋ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰੇ ਜੀ। ਗੁਰੂ ਨੇ ਸਾਡੇ ਵਾਸਤੇ ਸਰਬੰਸ ਵਾਰਿਆ ਤੇ ਮਹਾਰਾਜ ਨੇ ਇਹੀ ਕਿਹਾ ਸੀ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਉਹਨਾਂ ਨੇ ਇਹ ਨਹੀਂ ਕਿਹਾ ਕਿ ਹੁਣ ਕੋਈ ਅੰਮ੍ਰਿਤ ਛਕਿਓ ਨਾ ਛਕਿਓ, ਤੁਸੀਂ ਸਾਰੇ ਪੁੱਤਰ ਧੀਆਂ। ਮਹਾਰਾਜ ਨੇ ਕਿਹਾ ਸੀ ਨਹੀਂ, ਅੰਮ੍ਰਿਤ ਛਕਣਾ ਜ਼ਰੂਰੀ ਹੈ। ਸਤਿਗੁਰੂ ਮਹਾਰਾਜ ਬਖਸ਼ਿਸ਼ ਰਹਿਮਤ ਕਰਨ। ਜਿਨ੍ਹਾਂ ਦਾ ਮਨ ਬਣਿਆ ਉਹ ਵਧਾਈ ਦੇ ਪਾਤਰ ਨੇ, ਜਿਨ੍ਹਾਂ ਦਾ ਨਹੀਂ ਬਣਿਆ ਪਤਾ ਨਹੀਂ। ਦੇਖੋ ਸੱਚੀ ਗੱਲ ਕਿ ਗੁਰਦੁਆਰਿਓਂ ਬਾਹਰ ਅਸੀਂ ਪਤਾ ਨਹੀਂ ਜਾਣਾ ਕਿ ਨਹੀਂ ਜਾਣਾ, ਸਵਾਸ ਭਾਵੇਂ ਇੱਥੇ ਹੀ ਆਖਰੀ ਸਾਡੇ ਹੋਵਨ, ਕਿਤੇ ਨਗੁਰੇ ਹੀ ਨਾ ਸੰਸਾਰ ਦੇ ਵਿੱਚੋਂ ਚਲੇ ਜਾਈਏ। ਬੋਲਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਸਭਨਾਂ ਦਾ ਧੰਨਵਾਦ। ਸਟੇਜ ਦੀ ਸੇਵਾ ਨਿਭਾ ਰਹੇ ਸਤਿਕਾਰਯੋਗ ਸਰਦਾਰ ਜਗਤਾਰ ਸਿੰਘ ਜੀ, ਭਾਈ ਲਖਵਿੰਦਰ ਸਿੰਘ ਜੀ ਸਮਾਣਾ, ਆਪ ਸਾਰੀ ਸੰਗਤ ਦਾ ਹਾਰਦਿਕ ਤੌਰ ਤੇ ਧੰਨਵਾਦ। ਕੋਟਾਨਕੋਟ ਸ਼ੁਕਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ। ਸਤਿਕਾਰਯੋਗ ਗਿਆਨੀ ਡਾਕਟਰ ਸ਼ਮਸ਼ੇਰ ਸਿੰਘ ਜੀ ਮਿਸ਼ਰਪੁਰਾ ਢਾਡੀ ਜੱਥਾ, ਉਹ ਵਿਸ਼ੇਸ਼ ਤੌਰ ਤੇ ਪਹੁੰਚੇ ਨੇ, ਗੁਰ ਇਤਿਹਾਸ ਸਰਵਣ ਕਰਾਉਣਗੇ ਜੀ। ਹੋਈਆਂ ਭੁੱਲਾਂ ਵਾਸਤੇ ਖਿਮਾ, ਅਸੀਸ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ